टीवी पंजाब देखने वाले सारे दर्शकों का स्वागत है जी। मैं हाँ मनदीप सिंह ते लैके हाज़र हाँ इस हफ्ते दियां खास खबरों का न्यूज़ बुलेटिन ते पहला नज़र मारते हैं इस हफ्ते दियां चोणवीआं खबरों ते। अमरीका ने दी अपने नागरिकों को सलाह, कनेडा यात्रा तो करो गुरेज। क्यूबक ने किया हैल्थ टैक्स का ऐलान, पूरे कनेडा च हुई चर्चा। ट्रूडो सरकार ने किया वड्डा ऐलान, छोटे कारोबारियों को दी वड्डी राहत। ट्रक ड्राइवरों लिए बनया नवा कानून, 15 जनवरी तो होवेगा लागू। ਅਤੇ ਜਗਮੀਤ ਸਿੰਘ ਨੇ ਉਠਾਇਆ ਹਾਊਸਿੰਗ ਕ੍ਰਾਈਸਿਸ ਦਾ ਮੁੱਦਾ, ਘੇਰੀ ਟਰੂਡੋ ਸਰਕਾਰ। ਸੋ ਇਹ ਸੀ ਇਸ ਹਫਤੇ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਅਤੇ ਕੈਨੇਡਾ ਦੋਨਾਂ ਹੀ ਮੁਲਕਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਖਾਸ ਕਰਕੇ ਇਸ ਵਕਤ ਓਮੀਕਰੋਨ ਨਾਲ ਸੰਬੰਧਿਤ ਮਾਮਲੇ ਹੀ ਜ਼ਿਆਦਾ ਆ ਰਹੇ ਨੇ। ਸੋ ਇਸ ਨੂੰ ਦੇਖਦਿਆਂ ਹੋਇਆ ਅਮਰੀਕਾ ਵੱਲੋਂ ਇਸ ਹਫਤੇ ਇੱਕ ਖਾਸ ਐਡਵਾਈਜ਼ਰੀ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਆ ਕਿ ਫਿਲਹਾਲ ਕੈਨੇਡਾ ਦੀ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਦਾ US ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਭਾਵ ਕਿ CDC ਵੱਲੋਂ ਇਹ ਸਲਾਹ ਜਿਹੜੀ ਆਮ ਲੋਕਾਂ ਨੂੰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਇਸ ਵਕਤ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ, ਜਿਸ ਨੂੰ ਦੇਖਦਿਆਂ CDC ਵੱਲੋਂ ਇਹ ਕਿਹਾ ਗਿਆ ਕਿ ਕੈਨੇਡਾ ਦੀ ਯਾਤਰਾ ਕਰਨ ਤੋਂ ਬਚਾਅ ਕੀਤਾ ਜਾਵੇ। CDC ਨੇ ਕੈਨੇਡਾ ਨੂੰ ਲੈਵਲ 4 ਦੇ ਵਿੱਚ ਰੱਖਿਆ ਹੈ, ਭਾਵ ਕਿ ਇੱਥੇ ਇਸ ਵਕਤ ਕੋਰੋਨਾ ਵਾਇਰਸ ਦਾ ਰਿਸਕ ਵੈਰੀ ਹਾਈ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਕੁੱਲ 80 ਡੈਸਟੀਨੇਸ਼ਨਸ ਨੂੰ ਇਸ ਵਕਤ ਇਸ ਲਿਸਟ ਵਿੱਚ ਰੱਖਿਆ ਗਿਆ, ਜਿਸ ਵਿੱਚ ਕੈਨੇਡਾ ਵੀ ਹੁਣ ਸ਼ਾਮਲ ਹੈ। ਹਾਲਾਂਕਿ ਇਸ ਟਰੈਵਲ ਐਡਵਾਈਜ਼ਰੀ ਉੱਤੇ ਕੈਨੇਡਾ ਵਾਲੇ ਪਾਸਿਓਂ ਕੋਈ ਪ੍ਰਤੀਕਿਰਿਆ ਹਾਲੇ ਤੱਕ ਨਹੀਂ ਦਿੱਤੀ ਗਈ ਹੈ, ਪਰ ਕੈਨੇਡਾ ਵੱਲੋਂ ਪਿਛਲੇ ਮਹੀਨੇ ਹੀ ਆਪਣੇ ਨਾਗਰਿਕਾਂ ਲਈ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸੇ ਵੀ ਇੰਟਰਨੈਸ਼ਨਲ ਯਾਤਰਾ ਤੋਂ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ, ਜਿਸ ਵਿੱਚ ਅਮਰੀਕਾ ਵੀ ਸ਼ਾਮਲ ਸੀ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਨੇ ਨਵੰਬਰ ਵਿੱਚ ਹੀ ਇਹ ਪਾਬੰਦੀਆਂ ਹਟਾਈਆਂ ਸਨ ਕਿ ਕੈਨੇਡਾ ਅਤੇ ਮੈਕਸੀਕੋ ਤੋਂ ਫੁੱਲੀ ਵੈਕਸੀਨੇਟਡ ਲੋਕ ਅਮਰੀਕਾ ਆ ਸਕਦੇ ਨੇ, ਅਤੇ ਮਾਰਚ 2020 ਤੋਂ ਲੈ ਕੇ ਨਵੰਬਰ ਤੱਕ ਇਹ ਬਾਰਡਰ ਕੈਨੇਡੀਅਨ ਅਤੇ ਅਮਰੀਕਾ ਨਾਲ ਹੀ ਬੰਦ ਰਹੇ, ਜਦਕਿ ਇਸ ਤੋਂ ਕੁਝ ਕੁ ਸਮਾਂ ਪਹਿਲਾਂ ਹੀ ਕੈਨੇਡਾ ਨੇ ਆਪਣੇ ਬਾਰਡਰ ਅਮਰੀਕਾ ਦੇ ਫੁੱਲੀ ਵੈਕਸੀਨੇਟਡ ਲੋਕਾਂ ਲਈ ਖੋਲ੍ਹੇ ਸਨ। ਹਾਲਾਂਕਿ ਇਸ ਵਕਤ ਬਾਰਡਰ ਤਾਂ ਬੰਦ ਨਹੀਂ ਕੀਤੇ ਜਾ ਰਹੇ ਨੇ, ਪਰ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਘੱਟ ਤੋਂ ਘੱਟ ਇੰਟਰਨੈਸ਼ਨਲ ਟਰੈਵਲ ਕਰਨ, ਭਾਵ ਕਿ ਅਮਰੀਕਨ ਲੋਕ ਕੈਨੇਡਾ ਵੱਲ ਆਉਣ ਤੋਂ ਬਚਾਅ ਰੱਖਣ। ਅਤੇ ਕੈਨੇਡਾ ਨੇ ਇਹ ਪਹਿਲਾਂ ਹੀ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਕਿ ਲੋਕ ਅੰਤਰਰਾਸ਼ਟਰੀ ਯਾਤਰਾ ਨਾ ਕਰਨ। ਕੋਵਿਡ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਉੱਤੇ ਹੁਣ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਸ਼ੁਰੂਆਤ ਕਿਊਬਕ ਵਿੱਚ ਹੋਈ, ਜਿੱਥੇ ਹੁਣ ਹੈਲਥ ਟੈਕਸ ਲਾਇਆ ਜਾਵੇਗਾ, ਜਿਸ ਦਾ ਐਲਾਨ ਕਿਊਬਕ ਦੇ ਪ੍ਰੀਮੀਅਰ ਨੇ ਮੌਂਟਰੀਅਲ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਵੈਕਸੀਨ ਨਹੀਂ ਲਗਵਾ ਰਹੇ ਆ, ਜਿਨ੍ਹਾਂ ਦੀ ਗਿਣਤੀ ਮਹਿਜ 10% ਹੈ, ਉਹਨਾਂ ਕਰਕੇ ਇਸ ਵਕਤ 50% ਤੋਂ ਵੱਧ ਲੋਕ ਹਸਪਤਾਲਾਂ 'ਚ ਦਾਖਲ ਨੇ ਅਤੇ ਹੈਲਥ ਸਿਸਟਮ ਉੱਤੇ ਉਹ ਬੋਝ ਪਾ ਰਹੇ ਨੇ। ਸੋ ਇਹ ਵਸੂਲੀ ਉਹਨਾਂ ਕੋਲੋਂ ਹੀ ਕੀਤੀ ਜਾਵੇਗੀ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਇਹ ਹੈਲਥ ਟੈਕਸ ਕਿੰਨਾ ਤੇ ਕਦੋਂ ਲਾਇਆ ਜਾਵੇਗਾ, ਪਰ ਉਹ ਕਹਿੰਦੇ ਕਿ ਇਹ ਜੁਰਮਾਨਾ ਹੈਲਥ ਟੈਕਸ ਦੇ ਰੂਪ ਵਿੱਚ ਵਸੂਲਿਆ ਜਾਵੇਗਾ। ਕਿਊਬਕ ਵਿੱਚ ਅੱਜ ਆਪਣੀ ਤਰ੍ਹਾਂ ਦੇ ਇੱਕ ਅਨੋਖੇ ਟੈਕਸ ਦਾ ਐਲਾਨ ਕੀਤਾ ਗਿਆ। ਇਹ ਐਲਾਨ ਕਿਊਬਕ ਦੇ ਪ੍ਰੀਮੀਅਰ ਨੇ ਮੌਂਟਰੀਅਲ ਸ਼ਹਿਰ ਵਿੱਚ ਕੀਤਾ, ਜਿਸ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਉੱਤੇ ਵੱਖਰਾ ਟੈਕਸ ਲਾਇਆ ਜਾਵੇਗਾ। ਅਨਵੈਕਸੀਨੇਟਡ ਲੋਕਾਂ ਉੱਤੇ ਇਸ ਵਕਤ ਕਿਊਬਕ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ, ਪਰ ਕਿਊਬਕ ਦੇ ਪ੍ਰੀਮੀਅਰ ਨੇ ਕਿਹਾ ਕਿ ਸਿਰਫ 10% ਅਜਿਹੇ ਲੋਕ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ, ਪਰ ਉਹਨਾਂ ਨੇ 50% ਲੋਕਾਂ ਨੂੰ ਬਿਮਾਰ ਕੀਤਾ ਹੋਇਆ ਜੋ ਇਸ ਵਕਤ ਹਸਪਤਾਲਾਂ ਵਿੱਚ ਦਾਖਲ ਨੇ। ਉਹਨਾਂ ਨੇ ਕਿਹਾ ਕਿ ਹੈਲਥ ਸਿਸਟਮ ਉੱਤੇ ਇਹਨਾਂ ਲੋਕਾਂ ਕਰਕੇ ਕਾਫੀ ਬੋਝ ਪਿਆ ਹੋਇਆ, ਇਸ ਕਰਕੇ ਇਹਨਾਂ ਉੱਤੇ ਹੈਲਥ ਟੈਕਸ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਹ ਹੈਲਥ ਟੈਕਸ ਕਿੰਨਾ ਹੋਵੇਗਾ ਇਸ ਸੰਬੰਧੀ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਹਾਲੇ ਸਿਰਫ ਇੰਨਾ ਐਲਾਨ ਕੀਤਾ ਗਿਆ ਕਿ ਜਿਹੜੇ ਲੋਕ ਅਨਵੈਕਸੀਨੇਟਡ ਨੇ, ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਦੀ ਇੱਕ ਵੀ ਡੋਜ਼ ਨਹੀਂ ਲਗਵਾਈ, ਉਹਨਾਂ ਨੂੰ ਹੈਲਥ ਟੈਕਸ ਦੇਣਾ ਪਵੇਗਾ, ਅਤੇ ਇਹਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਹੀ ਛੋਟ ਮਿਲੇਗੀ ਜੋ ਮੈਡੀਕਲ ਰੀਜ਼ਨਸ ਕਰਕੇ ਵੈਕਸੀਨ ਨਹੀਂ ਲਗਵਾ ਸਕਦੇ। ਬਾਕੀ ਸਭ ਅਡਲਟਸ ਤੇ ਇਹ ਟੈਕਸ ਲਗਾਇਆ ਜਾਵੇਗਾ। ਕਿਊਬਕ ਦੇ ਪ੍ਰੀਮੀਅਰ ਨੇ ਦੋਸ਼ ਲਾਇਆ ਕਿ ਅਨਵੈਕਸੀਨੇਟਡ ਲੋਕਾਂ ਕਰਕੇ ਇਸ ਵਕਤ ਕੋਰੋਨਾ ਵਾਇਰਸ ਦੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ, ਅਤੇ ਜੋ ਇਸ ਵਕਤ ਹਸਪਤਾਲ ਦੇ ਵਿੱਚ ਇੰਨੀ ਵੱਡੀ ਪੱਧਰ ਵਿੱਚ ਜੋ ਕੋਰੋਨਾ ਦੇ ਮਰੀਜ਼ ਭਰਤੀ ਨੇ, ਉਸ ਦੇ ਪਿੱਛੇ ਕਾਰਨ ਵੀ ਇਹੀ ਅਨਵੈਕਸੀਨੇਟਡ ਲੋਕ ਨੇ। ਇਸ ਵਕਤ ਕਿਊਬਕ ਵਿੱਚ 2742 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਸ ਵਿੱਚੋਂ 255 ICU ਵਿੱਚ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕਿਊਬਕ ਦੇ ਪ੍ਰੀਮੀਅਰ ਨੇ ਕਿਹਾ ਕਿ ਇਹਨਾਂ ਲੋਕਾਂ ਕਰਕੇ ਜੋ ਕਿਊਬਕ ਦੇ ਹੈਲਥ ਸਿਸਟਮ ਉੱਤੇ ਬੋਝ ਪੈ ਰਿਹਾ ਉਹ ਇਹਨਾਂ ਲੋਕਾਂ ਕੋਲੋਂ ਹੀ ਵਸੂਲਿਆ ਜਾਵੇਗਾ। ਉੱਥੇ ਹੀ ਕਿਊਬਕ ਵੱਲੋਂ ਅੱਜ ਆਪਣੇ ਨਵੇਂ ਪਬਲਿਕ ਹੈਲਥ ਡਾਇਰੈਕਟਰ ਦਾ ਵੀ ਐਲਾਨ ਕੀਤਾ ਗਿਆ, ਜਿਨ੍ਹਾਂ ਨੂੰ ਅੱਗੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਲਈ ਆਪਣੀ ਤਰ੍ਹਾਂ ਦਾ ਇਹ ਪਹਿਲਾਂ ਤੇ ਸਖਤ ਕਾਨੂੰਨ ਬਣਾਇਆ ਗਿਆ, ਜਿਹਦੇ ਵਿੱਚ ਹੁਣ ਇਹਨਾਂ ਲੋਕਾਂ ਨੂੰ ਟੈਕਸ ਦੇਣਾ ਪਵੇਗਾ। ਇਹ ਟੈਕਸ ਕਿੰਨਾ ਅਤੇ ਕਦੋਂ ਤੋਂ ਲਾਗੂ ਹੋਵੇਗਾ, ਇਸ ਸੰਬੰਧੀ ਐਲਾਨ ਵੀ ਜਲਦੀ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਵੱਲੋਂ ਵੱਖ-ਵੱਖ ਯਤਨ ਕੀਤੇ ਗਏ ਨੇ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਲਈ ਉਤਸ਼ਾਹ ਕੀਤਾ ਜਾਵੇ। ਇਸ ਤੋਂ ਪਹਿਲਾਂ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕੀਤਾ ਗਿਆ ਔਰ ਸਾਰੀਆਂ ਅਹਿਮ ਥਾਵਾਂ ਉੱਤੇ ਇਸ ਪ੍ਰੂਫ ਆਫ ਵੈਕਸੀਨੇਸ਼ਨ ਦਾ ਲੈ ਕੇ ਜਾਣਾ ਜ਼ਰੂਰੀ ਸੀ। ਇਸ ਤੋਂ ਬਾਅਦ ਵੀ ਕੁਝ ਲੋਕ ਰਹਿ ਗਏ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ। ਇਸ ਤੋਂ ਇਲਾਵਾ ਕੁਝ ਲੋਕ ਹੈਲਥ ਸਿਸਟਮ ਵਿੱਚ ਵੀ ਅਜਿਹੇ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ, ਜਿਨ੍ਹਾਂ ਤੋਂ ਕੰਮ ਤੋਂ ਕੱਢਣ ਦੀ ਗੱਲ ਵੀ ਕੀਤੀ ਗਈ। ਇਸ ਤੋਂ ਇਲਾਵਾ ਕਈ ਸੂਬਿਆਂ ਵਿੱਚ ਲੋਟਰੀ ਸਿਸਟਮ ਵੀ ਸ਼ੁਰੂ ਕੀਤਾ ਗਿਆ ਅਤੇ ਕਈ ਥਾਵਾਂ ਤੇ ਕੁਝ ਕੰਪਨਸੇਸ਼ਨ ਦੇਣ ਦਾ ਐਲਾਨ ਵੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਵੀ ਹਾਲੇ ਕਈ ਸੂਬਿਆਂ ਵਿੱਚ ਅਜਿਹੇ ਲੋਕ ਨੇ ਜੋ ਵੈਕਸੀਨ ਨਹੀਂ ਲਗਵਾ ਰਹੇ ਨੇ ਅਤੇ ਅਜਿਹੇ ਲੋਕਾਂ ਲਈ ਹੁਣ ਕਿਊਬਕ ਸੂਬਾ ਇੱਕ ਅੱਗੇ ਨਿਕਲ ਕੇ ਆਇਆ, ਜਿਸ ਨੇ ਇੱਕ ਨਵਾਂ ਰਸਤਾ ਦਿਖਾ ਦਿੱਤਾ ਹੈ ਕਿ ਇਸ ਤਰੀਕੇ ਨਾਲ ਵੀ ਉਹਨਾਂ ਲੋਕਾਂ ਉੱਤੇ ਵੈਕਸੀਨ ਲਵਾਉਣ ਦਾ ਪ੍ਰੈਸ਼ਰ ਪਾਇਆ ਜਾ ਸਕਦਾ ਹੈ। ਅੰਟਾਰੀਓ ਵਿੱਚ ਜੀ ਕਲਾਸ ਲਾਇਸੈਂਸ ਨੂੰ ਲੈ ਕੇ ਇੱਕ ਖਾਸ ਬਦਲਾਅ ਕੀਤਾ ਗਿਆ, ਜਿਸ ਵਿੱਚ ਹੁਣ ਇਸ ਲਾਇਸੈਂਸ ਦਾ ਟੈਸਟ ਦਾ ਸਮਾਂ ਜਿਹੜਾ ਘਟਾ ਦਿੱਤਾ ਗਿਆ, ਜਿਸ ਕਰਕੇ ਹੁਣ ਵੱਧ ਅਪਾਇੰਟਮੈਂਟਸ ਦਿੱਤੀਆਂ ਜਾ ਸਕਣਗੀਆਂ ਤਾਂ ਕਿ ਬੈਕਲੌਗ ਨੂੰ ਕਲੀਅਰ ਕੀਤਾ ਜਾ ਸਕੇ। ਕੋਵਿਡ-19 ਤੋਂ ਬਾਅਦ ਲੱਗੇ ਲਾਕਡਾਊਨ ਕਾਰਨ ਅੰਟਾਰੀਓ ਵਿੱਚ ਰੋਡ ਟੈਸਟ ਦੇਣ ਵਾਲੀਆਂ ਅਪਾਇੰਟਮੈਂਟਸ ਦੀ ਬੈਕਲੌਗ ਕਾਫੀ ਵੱਧ ਗਈ ਸੀ, ਜਿਸ ਨੂੰ ਘਟਾਉਣ ਲਈ ਹੁਣ ਸਰਕਾਰ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਸਰਕਾਰ ਵੱਲੋਂ ਜੀ ਰੋਡ ਟੈਸਟ ਵਿੱਚ ਕੁਝ ਬਦਲਾਅ ਕੀਤੇ ਗਏ ਨੇ, ਜਿਸ ਤੋਂ ਬਾਅਦ ਹੁਣ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਹੋਰ ਅਪਾਇੰਟਮੈਂਟਸ ਦਿੱਤੀਆਂ ਜਾ ਸਕਣਗੀਆਂ ਅਤੇ ਜਿਸ ਨਾਲ ਇਸ ਬੈਕਲੌਗ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਸ ਸੰਬੰਧੀ ਇੱਕ ਟਰਾਂਸਪੋਰਟੇਸ਼ਨ ਮਿਨਿਸਟਰ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਇਹ ਦੱਸਿਆ ਗਿਆ ਕਿ ਕਲਾਸ ਜੀ ਰੋਡ ਟੈਸਟ ਵਿੱਚੋਂ ਕੁਝ ਐਲੀਮੈਂਟਸ ਘਟਾ ਦਿੱਤੇ ਗਏ ਨੇ, ਭਾਵ ਕਿ ਇਸ ਟੈਸਟ ਨੂੰ ਕੁਝ ਛੋਟਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ 30% ਹੋਰ ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਜਾ ਸਕੇਗੀ। ਇਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜੀ ਕਲਾਸ ਰੋਡ ਟੈਸਟ ਵਿੱਚੋਂ ਉਹ ਐਲੀਮੈਂਟ ਇਸ ਲਈ ਕੱਢੇ ਗਏ ਨੇ ਕਿਉਂਕਿ G2 ਰੋਡ ਟੈਸਟ ਵਿੱਚ ਉਹ ਪਹਿਲਾਂ ਹੀ ਕਰਵਾ ਲਏ ਜਾਂਦੇ ਨੇ, ਜਿਸ ਵਿੱਚੋਂ ਰੋਡ ਸਾਈਡ ਸਟਾਪ 3 ਪੁਆਇੰਟ ਟਰਨ ਅਤੇ ਪੈਰਲਲ ਪਾਰਕਿੰਗ ਵਰਗੇ ਹੁਣ ਐਕਸ਼ਨ ਨਹੀਂ ਕਰਵਾਏ ਜਾਣਗੇ ਕਿਉਂਕਿ ਇਹ ਪਹਿਲਾਂ ਹੀ G2 ਰੋਡ ਟੈਸਟ ਵਿੱਚ ਕਰਵਾ ਲਏ ਜਾਂਦੇ ਨੇ, ਜਿਸ ਨਾਲ G ਕਲਾਸ ਰੋਡ ਟੈਸਟ ਦਾ ਸਮਾਂ ਘਟ ਜਾਵੇਗਾ ਅਤੇ ਇਸ ਤੋਂ ਬਾਅਦ ਇੱਕ ਦਿਨ ਦੇ ਵਿੱਚ 30% ਹੋਰ ਅਪਾਇੰਟਮੈਂਟਸ ਨੂੰ ਭੁਗਤਾਇਆ ਜਾ ਸਕੇਗਾ, ਜਿਸ ਨਾਲ ਇਹ ਬੈਕਲੌਗ ਘਟ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ G1 ਅਤੇ G2 ਤੋਂ G ਕਲਾਸ ਰੋਡ ਟੈਸਟ ਲਾਉਣ ਲਈ ਲੋਕਾਂ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੈਕਲੌਗ ਹੋਣ ਦੇ ਕਾਰਨ ਜਲਦੀ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਇਹ ਅਪਾਇੰਟਮੈਂਟਸ ਮਿਲ ਰਹੀਆਂ ਨੇ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਤੇ ਹੁਣ ਉਮੀਦ ਇਹ ਹੈ ਕਿ ਜਲਦੀ ਇਹ ਅਪਾਇੰਟਮੈਂਟਸ ਦੇ ਕੇ ਇਸ ਬੈਕਲੌਗ ਨੂੰ ਘਟਾਇਆ ਜਾ ਸਕੇਗਾ। ਕੈਨੇਡਾ ਸਰਕਾਰ ਵੱਲੋਂ ਇਸ ਹਫ਼ਤੇ ਇੱਕ ਵੱਡਾ ਫੈਸਲਾ ਸੁਣਾਇਆ ਗਿਆ, ਜਿਸ ਵਿੱਚ ਛੋਟੇ ਵਪਾਰੀਆਂ ਨੂੰ ਕਾਫੀ ਰਾਹਤ ਦਿੱਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਕੋਵਿਡ ਦੌਰਾਨ ਇੱਕ ਵਿਆਜ ਮੁਕਤ ਕਰਜ਼ਾ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ, ਜੋ ਕਿ 60,000 ਬਣਦਾ ਆ ਔਰ ਉਹ ਵਾਪਸ ਕਰਨ ਦੀ ਤਰੀਕ ਜਿਹੜੀ ਸੀ ਉਹ 2022 31 ਦਸੰਬਰ ਸੀ, ਪਰ ਉਹਨੂੰ ਵਧਾ ਕੇ ਹੁਣ 1 ਸਾਲ ਅੱਗੇ ਕਰ ਦਿੱਤਾ ਗਿਆ ਔਰ ਜੇਕਰ ਤੁਸੀਂ ਠੀਕ ਤਰੀਕ ਤੇ ਕਰਜ਼ਾ ਵਾਪਸ ਕਰ ਦਿੰਦੇ ਹੋ ਤਾਂ ਤੁਹਾਨੂੰ ਸਿਰਫ 40,000 ਹੀ ਵਾਪਸ ਕਰਨੇ ਪੈਣਗੇ, 20,000 ਤੁਹਾਡਾ ਮਾਫ ਹੋਵੇਗਾ। ਸੋ ਇਸ ਨੂੰ ਇੱਕ ਵੱਡੀ ਰਾਹਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਟਰੂਡੋ ਸਰਕਾਰ ਵੱਲੋਂ ਇੱਕ ਨਵੀਂ ਅਨਾਉਂਸਮੈਂਟ ਕੀਤੀ ਗਈ ਹੈ, ਜਿਸ ਵਿੱਚ ਛੋਟੇ ਵਪਾਰੀਆਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਕੋਰੋਨਾ ਕਾਲ ਦੇ ਦੌਰਾਨ ਛੋਟੇ ਵਪਾਰੀਆਂ ਦੀ ਮਦਦ ਲਈ ਇੱਕ ਖਾਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਨਾਮ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਸੀ, ਜਿਸ ਦੇ ਤਹਿਤ ਛੋਟੇ ਕਾਰੋਬਾਰਾਂ ਨੂੰ 60,000 ਤੱਕ ਦਾ ਵਿਆਜ ਤੋਂ ਰਹਿਤ ਲੋਨ ਦਿੱਤਾ ਗਿਆ ਸੀ। ਇਹ ਪ੍ਰੋਗਰਾਮ 9 ਅਪ੍ਰੈਲ 2020 ਨੂੰ ਸ਼ੁਰੂ ਕੀਤਾ ਗਿਆ ਸੀ, ਜਦਕਿ 30 ਜੂਨ 2021 ਤੱਕ ਇਸ ਪ੍ਰੋਗਰਾਮ ਦੇ ਤਹਿਤ 8,98,000 ਤੋਂ ਵੱਧ ਲੋਕਾਂ ਨੂੰ ਇਸ ਦੇ ਤਹਿਤ 60,000 ਇੰਟਰਸਟ ਫ੍ਰੀ ਲੋਨ ਦਿੱਤਾ ਗਿਆ। ਔਰ ਜਿਸ ਵਕਤ ਇਹ ਲੋਨ ਦਿੱਤਾ ਗਿਆ ਸੀ ਉਸ ਵਕਤ ਇਹ ਵੀ ਦੱਸਿਆ ਗਿਆ ਸੀ ਕਿ 31 ਦਸੰਬਰ 2022 ਤੱਕ ਇਹ ਲੋਨ ਉਹਨਾਂ ਨੂੰ ਮੋੜਨਾ ਪਵੇਗਾ, ਪਰ ਹੁਣ ਸਰਕਾਰ ਨੇ ਇਸ ਵਿੱਚ ਰਾਹਤ ਦਿੱਤੀ ਹੈ ਤੇ ਇਸ ਦੀ ਤਰੀਕ 1 ਸਾਲ ਅੱਗੇ ਪਾ ਦਿੱਤੀ ਹੈ। 31 ਦਸੰਬਰ 2023 ਤੱਕ ਇਸ ਲੋਨ ਉੱਤੇ ਕੋਈ ਵੀ ਵਿਆਜ ਨਹੀਂ ਪਏਗਾ ਅਤੇ 1 ਜਨਵਰੀ 2024 ਤੋਂ ਇਸ ਉੱਤੇ ਕੁਝ ਵਿਆਜ ਪੈਣਾ ਸ਼ੁਰੂ ਹੋ ਜਾਵੇਗਾ
ਪਰ ਉਸ ਤੋਂ ਬਾਅਦ 31 ਦਸੰਬਰ 2025 ਤੱਕ ਇਹ ਰਕਮ ਮੋੜਨੀ ਹਰ ਕਿਸੇ ਲਈ ਲਾਜ਼ਮੀ ਹੋਵੇਗੀ। ਟਰੂਡੋ ਸਰਕਾਰ ਵੱਲੋਂ ਅੱਜ ਇਸ ਰਾਹਤ ਦਾ ਐਲਾਨ ਇੰਟਰਨੈਸ਼ਨਲ ਟ੍ਰੇਡ, ਐਕਸਪੋਰਟ ਪ੍ਰਮੋਸ਼ਨ, ਸਮਾਲ ਬਿਜ਼ਨਸ ਐਂਡ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਤੱਕ ਇਸ ਫਲੈਕਸੀਬਿਲਿਟੀ ਦੀ ਮੰਗ ਪਹੁੰਚ ਰਹੀ ਸੀ, ਜਿਸ ਕਰਕੇ ਉਹਨਾਂ ਵੱਲੋਂ ਇਹ ਅਨਾਉਂਸਮੈਂਟ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਇਆ ਛੋਟੇ ਕਾਰੋਬਾਰਾਂ ਦੀ ਹੋਰ ਮਦਦ ਕਰਨ ਲਈ ਇਹ ਅਨਾਉਂਸਮੈਂਟ ਕੀਤੀ ਗਈ ਹੈ ਅਤੇ ਉਹਨਾਂ ਨੂੰ ਰਾਹਤ ਇਸ ਸੰਬੰਧੀ ਦਿੱਤੀ ਗਈ ਹੈ। ਇਸ ਸੰਬੰਧੀ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ 8,98,254 ਲੋਨ ਇਸ ਪ੍ਰੋਗਰਾਮ ਦੇ ਤਹਿਤ ਅਪਰੂਵ ਕੀਤੇ ਗਏ ਨੇ ਅਤੇ ਹੁਣ ਤੱਕ ਸਰਕਾਰ ਇਸ ਪ੍ਰੋਗਰਾਮ ਉੱਤੇ $49.7 ਬਿਲੀਅਨ ਖਰਚ ਕਰ ਚੁੱਕੀ ਹੈ। ਇਸ ਅਨਾਉਂਸਮੈਂਟ ਤੋਂ ਬਾਅਦ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ CEO ਅਤੇ ਪ੍ਰੈਜ਼ੀਡੈਂਟ ਵੱਲੋਂ ਇੱਕ ਟਵੀਟ ਕੀਤਾ ਗਿਆ, ਜਿਸ ਵਿੱਚ ਇਸ ਨੂੰ ਚੰਗੀ ਖਬਰ ਦੱਸਿਆ ਔਰ ਟਵੀਟ ਕਰਦਿਆਂ ਇਹ ਕਿਹਾ ਗਿਆ ਕਿ ਇਸ ਨਾਲ ਲਗਭਗ 9 ਲੱਖ ਦੇ ਕਰੀਬ ਛੋਟੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਇਸ ਹਫਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਇੱਕ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ, ਜਿਸ ਵਿੱਚ ਇਹ ਪਤਾ ਲੱਗਾ ਹੈ ਕਿ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ 2 ਲੱਖ ਦੇ ਨੇੜੇ ਤੇੜੇ ਫਾਈਲਾਂ ਇਸ ਵਕਤ ਪਈਆਂ ਨੇ, ਜੋ ਡਰਾ ਨਾ ਨਿਕਲਣ ਕਰਕੇ ਇਸ ਵਕਤ 2 ਲੱਖ ਕੈਂਡੀਡੇਟ ਆਪਣੀ ਵਾਰੀ ਦਾ ਉਡੀਕ ਕਰ ਰਹੇ, ਜਿਨ੍ਹਾਂ ਦੇ ਸਾਹ ਵੀ ਸੁੱਕੇ ਹੋਏ, ਕਿਉਂਕਿ ਜੇਕਰ ਆਈਲੈਟਸ ਲੰਘ ਗਈ ਤਾਂ ਫਿਰ ਦੁਬਾਰਾ ਆਈਲੈਟਸ ਉਹਨਾਂ ਨੂੰ ਕਰਨੀ ਪਵੇਗੀ। ਸੋ ਇਹਦੇ ਵਿੱਚ ਫੈਡਰਲ ਸਕਿਲਡ ਵਰਕਰ ਜਿਹੜੇ ਕੈਟਾਗਰੀ ਡਰਾਅ ਆ ਸਭ ਤੋਂ ਵੱਧ ਆ। ਸਤੰਬਰ ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਦੇ ਜਿਹੜੇ ਡਰਾਅ ਉਹ ਵੀ ਨਹੀਂ ਨਿਕਲ ਰਹੇ ਨੇ। IRCC ਵੱਲੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਨਾ ਕੱਢਣ ਕਾਰਨ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਕੈਂਡੀਡੇਟਸ ਦੀ ਵੱਡੀ ਗਿਣਤੀ ਜਮ੍ਹਾਂ ਹੋ ਗਈ ਹੈ। IRCC ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਕਤ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ 1,94,000 ਦੇ ਕਰੀਬ ਫਾਈਲਾਂ ਆ ਚੁੱਕੀਆਂ ਨੇ। ਇਹਦੇ ਵਿੱਚ ਸਭ ਤੋਂ ਵੱਧ ਫਾਈਲਾਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਂਡੀਡੇਟਸ ਦੇ ਐਕਸਪ੍ਰੈਸ ਐਂਟਰੀ ਪੂਲ ਵਿੱਚ ਪਈਆਂ ਨੇ, ਜਿਸ ਦੀ ਗਿਣਤੀ 1,54,421 ਦੱਸੀ ਗਈ ਹੈ, ਜਦਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਕੈਂਡੀਡੇਟਸ ਦੀ ਗਿਣਤੀ 38,223 ਤੱਕ ਪਹੁੰਚ ਗਈ ਹੈ। ਉੱਥੇ ਹੀ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਕੈਂਡੀਡੇਟਸ ਵਿੱਚ 577 ਕੈਂਡੀਡੇਟ ਨੇ, ਜਦਕਿ ਪ੍ਰੋਵਿੰਸ਼ੀਅਲ ਨੋਮਨੀ ਕੈਂਡੀਡੇਟਸ ਵਿੱਚ ਸਿਰਫ 344 ਕੈਂਡੀਡੇਟ ਨੇ, ਜਿਨ੍ਹਾਂ ਦਾ ਜੋੜ 1,93,565 ਬਣਦਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਨਾਲ ਸੰਬੰਧਿਤ ਐਕਸਪ੍ਰੈਸ ਐਂਟਰੀ ਦਾ ਡਰਾਅ ਦਸੰਬਰ 2020 ਵਿੱਚ ਕੱਢਿਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਵੀ ਡਰਾਅ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤਹਿਤ ਨਹੀਂ ਕੱਢਿਆ ਗਿਆ, ਜਿਸ ਕਰਕੇ ਇੱਥੇ 1.5 ਲੱਖ ਤੋਂ ਵੱਧ ਫਾਈਲਾਂ ਪੂਲ ਵਿੱਚ ਜਮ੍ਹਾਂ ਹੋ ਗਈਆਂ ਨੇ। ਜਦਕਿ ਇਸ ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਲਗਾਤਾਰ ਨਿਕਲਦੇ ਰਹੇ ਸਨ, ਪਰ ਹੁਣ ਸਤੰਬਰ 2021 ਤੋਂ ਲੈ ਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਵੀ ਨਹੀਂ ਨਿਕਲ ਰਹੇ ਨੇ, ਜਿਸ ਕਰਕੇ ਇੱਥੇ ਵੀ ਬੈਕਲੌਗ ਵੱਧ ਗਿਆ ਅਤੇ ਇਸ ਪੂਲ ਦੇ ਵਿੱਚ ਹੁਣ 38,223 ਫਾਈਲਾਂ ਜਮ੍ਹਾਂ ਹੋ ਗਈਆਂ ਨੇ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਿਰਫ PNP ਸਪੈਸੀਫਿਕ ਡਰਾਅ ਹੀ ਕੱਢੇ ਜਾ ਰਹੇ ਨੇ। ਇੱਕ ਜਾਣਕਾਰੀ ਅਨੁਸਾਰ 2022 ਦੇ ਵਿੱਚ ਇਹ ਡਰਾਅ ਦੁਬਾਰਾ ਕੱਢਣੇ ਸ਼ੁਰੂ ਕੀਤੇ ਜਾ ਸਕਦੇ ਨੇ ਕਿ ਸਾਲ 2022 ਵਿੱਚ 4,11,000 ਲੋਕਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਦਿੱਤੀ ਜਾਵੇਗੀ। ਪਰ ਇਹਦੇ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਮੀਗ੍ਰੇਸ਼ਨ ਮਿਨਿਸਟਰ ਸੀਨ ਫਰੀਜ਼ਰ ਵੱਲੋਂ 10 ਫਰਵਰੀ ਨੂੰ ਇੱਕ ਨਵਾਂ ਟਾਰਗੇਟ ਵੀ ਅਨਾਉਂਸ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਇਹ ਵੀ ਸੰਕੇਤ ਦਿੱਤਾ ਗਿਆ ਕਿ ਇਸ ਸਾਲ ਦੇ ਵਿੱਚ ਦੁਬਾਰਾ ਮਿਕਸ ਇਮੀਗ੍ਰੈਂਟਸ ਦੀ ਕੈਟਾਗਰੀ ਦੁਬਾਰਾ ਖੋਲ੍ਹੀ ਜਾਵੇਗੀ, ਭਾਵ ਕਿ ਕੈਨੇਡਾ ਤੋਂ ਬਾਹਰੋਂ ਅਤੇ ਕੈਨੇਡਾ ਦੇ ਅੰਦਰ ਦੋਨੇ ਪਾਸੇ ਲੋਕਾਂ ਨੂੰ ਇਮੀਗ੍ਰੇਸ਼ਨ ਦੇਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ, ਜਿਸ ਤਰੀਕੇ ਨਾਲ ਕਰੋਨਾ ਵਾਇਰਸ ਤੋਂ ਪਹਿਲਾਂ ਹੋ ਰਿਹਾ ਸੀ। ਫਿਲਹਾਲ ਬੈਕਲੌਗ ਨੂੰ ਕਲੀਅਰ ਕਰਨ ਲਈ ਇਹ ਸਾਰੇ ਡਰਾਅ ਰੋਕੇ ਗਏ ਸਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪਹਿਲਾਂ ਪੁਰਾਣੀਆਂ ਫਾਈਲਾਂ ਨੂੰ ਕਲੀਅਰ ਕਰਨ ਦਾ ਕੰਮ ਕੀਤਾ ਜਾ ਰਿਹਾ, ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜ ਕੇ PR ਦਾ ਸੱਦਾ ਦਿੱਤਾ ਗਿਆ ਸੀ। ਇਸ ਸੰਬੰਧੀ 15 ਦਸੰਬਰ ਤੱਕ ਇੱਕ ਰਿਪੋਰਟ ਵੀ ਸਾਹਮਣੇ ਆਈ ਸੀ, ਜਿਸ ਵਿੱਚ ਇਕਨੋਮਿਕ ਕਲਾਸ ਵਿੱਚ 2,34,770 ਫਾਈਲਾਂ PR ਦੀਆਂ ਹਾਲੇ ਵੀ ਪੈਂਡਿੰਗ ਪਈਆਂ ਨੇ, ਜਦਕਿ ਫੈਮਿਲੀ ਕਲਾਸ ਵਿੱਚ 1,05,000 ਤੋਂ ਵੱਧ ਫਾਈਲਾਂ ਪਈਆਂ ਨੇ। 15 ਦਸੰਬਰ ਤੱਕ ਇਕੱਲੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਿੱਚ ਹੀ 24,675 ਫਾਈਲਾਂ ਪੈਂਡਿੰਗ ਪਈਆਂ ਨੇ, ਜਿਨ੍ਹਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਸਕਿਆ, ਜਦਕਿ ਫੈਡਰਲ ਸਕਿਲਡ ਵਰਕਰ ਡਰਾਅ ਵਿੱਚ ਵੀ 54,529 ਫਾਈਲਾਂ ਦਾ ਨਿਪਟਾਰਾ ਹਾਲੇ ਤੱਕ ਨਹੀਂ ਹੋ ਸਕਿਆ। ਉੱਥੇ ਹੀ TR ਤੋਂ PR ਪ੍ਰੋਗਰਾਮ ਵਿੱਚ ਵੀ 20,151 ਫਾਈਲਾਂ ਦਾ ਹਾਲੇ ਤੱਕ ਨਿਪਟਾਰਾ ਨਹੀਂ ਹੋ ਸਕਿਆ। ਇਹ ਰਿਪੋਰਟ 15 ਦਸੰਬਰ ਤੱਕ ਦੀ ਸਾਹਮਣੇ ਆਈ ਸੀ, ਜਿਸ ਦੇ ਤਹਿਤ ਹਾਲੇ ਤੱਕ 18 ਲੱਖ ਫਾਈਲਾਂ ਦਾ ਬੈਕਲੌਗ IRCC ਕੋਲ ਜਮ੍ਹਾਂ ਹੈ, ਜਿਸ ਵਿੱਚ PR, ਵਰਕ ਪਰਮਿਟ, ਸਟੂਡੈਂਟ ਪਰਮਿਟ ਅਤੇ ਵਿਜ਼ਟਰ ਵੀਜ਼ਾ ਵੀ ਸ਼ਾਮਲ ਨੇ।
ਕਿਊਬਕ ਦੇ ਹੈਲਥ ਟੈਕਸ ਸੰਬੰਧੀ ਜਸਟਿਨ ਟਰੂਡੋ ਨੂੰ ਇਸ ਹਫ਼ਤੇ ਸਵਾਲ ਕੀਤਾ ਗਿਆ ਸੀ, ਜਿਸ ਉੱਤੇ ਉਹਨਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਵਧੇਰੇ ਜਾਣਕਾਰੀ ਮਿਲਣ ਤੋਂ ਬਾਅਦ ਹੀ ਉਹ ਇਸ ਮਾਮਲੇ ਤੇ ਕੋਈ ਟਿੱਪਣੀ ਕਰ ਸਕਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਊਬਕ ਸਰਕਾਰ ਵੱਲੋਂ ਲਾਏ ਜਾ ਰਹੇ ਹੈਲਥ ਟੈਕਸ ਉੱਤੇ ਫਿਲਹਾਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਨ ਟਰੂਡੋ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਫਿਲਹਾਲ ਹੋਰ ਡਿਟੇਲਸ ਦੀ ਉਡੀਕ ਕਰ ਰਹੇ ਨੇ ਅਤੇ ਜਦੋਂ ਪੂਰੀ ਤਰੀਕੇ ਨਾਲ ਡਿਟੇਲਸ ਬਾਹਰ ਆ ਜਾਣਗੀਆਂ ਅਤੇ ਕਿਊਬਕ ਸਰਕਾਰ ਦੇ ਪਲਾਨ ਬਾਰੇ ਪੂਰੇ ਤਰੀਕੇ ਨਾਲ ਪਤਾ ਲੱਗ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਉਹ ਇਸ 'ਤੇ ਕੋਈ ਟਿੱਪਣੀ ਕਰ ਸਕਣਗੇ। ਹਾਲਾਂਕਿ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਓਟਵਾ ਵੱਲੋਂ ਕਿਊਬਕ ਦੇ ਇਸ ਪਲਾਨ ਉੱਤੇ ਰਿਵਿਊ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੇ ਨਾਲ ਹੀ ਟਰੂਡੋ ਨੇ ਇਹ ਵੀ ਕਿਹਾ ਕਿ ਪ੍ਰੋਤਸਾਹਨ ਅਤੇ ਸਖਤ ਉਪਾਅ ਦੇ ਨਾਲ ਹੀ ਕਰੋਨਾ ਵਾਇਰਸ ਨੂੰ ਰੋਕਿਆ ਜਾ ਸਕੇਗਾ, ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਬੇਸ਼ੱਕ ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਹੋਵੇ ਜਾਂ ਫਿਰ ਯਾਤਰੀਆਂ ਦੇ ਲਈ ਵੈਕਸੀਨੇਸ਼ਨ ਦਾ ਹੋਣਾ ਜ਼ਰੂਰੀ ਹੋਵੇ ਅਤੇ ਇਸ ਦੇ ਨਾਲ ਹੀ ਪਬਲਿਕ ਸਰਵੈਂਟਸ ਦਾ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇ। ਇਹ ਸਾਰੇ ਸਖਤ ਉਪਾਅ ਨੇ ਅਤੇ ਇਹ ਸਾਰੇ ਹੀ ਕੰਮ ਕਰ ਰਹੇ ਨੇ ਅਤੇ ਇਸ ਨਾਲ ਕੈਨੇਡੀਅਨਸ ਦੀ ਸੁਰੱਖਿਆ ਵਧੀ ਹੈ। Send into hypotheticals. We're not going to descend into hypotheticals right now. We have been assured by the Quebec government that they intend to stand by the principles and the rules around the Canada Health Act as they move forward. So we continue to wait to look for details on this. But as we've said, incentives and strong measures, whether it's vaccine passports, whether it's requirements for travelers, whether it's the requirements for public servants to be fully vaccinated. We have taken very strong measures in the past and they have worked in terms of keeping Canadians safe and getting Canadians vaccinated. We will continue to look and work with the provinces, look at measures put forward and work with the provinces and territories to do everything we can to continue to keep Canadians safe and get through this the best possible way we can. ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਕਿਊਬਕ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਉਹਨਾਂ ਉੱਤੇ ਹੈਲਥ ਟੈਕਸ ਲਾਇਆ ਜਾਵੇਗਾ, ਭਾਵ ਕਿ ਉਹਨਾਂ ਨੂੰ ਇਸ ਦਾ ਜੁਰਮਾਨਾ ਭਰਨਾ ਪਵੇਗਾ। ਕਿਊਬਕ ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਅਨਵੈਕਸੀਨੇਟਡ ਲੋਕਾਂ ਕਰਕੇ ਹਸਪਤਾਲਾਂ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਹੈਲਥ ਸਿਸਟਮ ਉੱਤੇ ਬੋਝ ਵੀ ਵੱਧ ਰਿਹਾ ਹੈ, ਜਿਸ ਦੀ ਭਰਪਾਈ ਇਹਨਾਂ ਵੱਲੋਂ ਹੀ ਕੀਤੀ ਜਾਵੇਗੀ। ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਦੀ ਹਾਲੇ ਤੱਕ ਇੱਕ ਵੀ ਡੋਜ਼ ਨਹੀਂ ਲਗਵਾਈ ਗਈ ਹੈ ਉਹਨਾਂ ਤੇ ਇਹ ਟੈਕਸ ਲਾਇਆ ਜਾਵੇਗਾ। ਹਾਲਾਂਕਿ ਇਸ ਸੰਬੰਧੀ ਕਿਊਬਕ ਸਰਕਾਰ ਵੱਲੋਂ ਹਾਲੇ ਨਹੀਂ ਦੱਸਿਆ ਗਿਆ ਕਿ ਇਹ ਟੈਕਸ ਕਿੰਨਾ ਹੋਵੇਗਾ ਅਤੇ ਕਿੰਨੀ ਤਰੀਕ ਤੋਂ ਲਾਗੂ ਹੋਵੇਗਾ, ਪਰ ਇਸ ਸੰਬੰਧੀ ਸੰਕੇਤ ਜ਼ਰੂਰ ਦਿੱਤੇ ਨੇ ਕਿ ਇਹ ਟੈਕਸ ਕਿੰਨਾ ਲੱਗ ਸਕਦਾ ਹੈ। ਇਸ ਹੈਲਥ ਟੈਕਸ ਸੰਬੰਧੀ ਪੂਰੇ ਕੈਨੇਡਾ ਦੇ ਵਿੱਚ ਇੱਕ ਸਰਵੇ ਵੀ ਇਸ ਹਫ਼ਤੇ ਹੋਇਆ। ਇੱਕ ਏਜੰਸੀ ਵੱਲੋਂ ਇਹ ਸਰਵੇ ਕਰਾਇਆ ਗਿਆ, ਜਿਸ 'ਚ ਦੱਸਿਆ ਗਿਆ ਕਿ ਕਿਹੜੇ ਸੂਬੇ ਦੇ ਕਿੰਨੇ ਲੋਕ ਜਿਹੜੇ ਆ ਇਸ ਟੈਕਸ ਦੇ ਹੱਕ ਵਿੱਚ ਨੇ। ਕਿਊਬਕ ਵੱਲੋਂ ਐਲਾਨ ਕੀਤੇ ਗਏ ਹੈਲਥ ਟੈਕਸ ਦੀ ਚਰਚਾ ਇਸ ਵਕਤ ਪੂਰੇ ਕੈਨੇਡਾ ਵਿੱਚ ਹੋ ਰਹੀ ਹੈ ਅਤੇ ਪੂਰੇ ਕੈਨੇਡਾ ਦੇ ਵਿੱਚ ਸਰਵੇ ਕਰਵਾ ਕੇ ਦੇਖਿਆ ਜਾ ਰਿਹਾ ਹੈ ਕਿ ਕਿਹੜੀ ਪ੍ਰੋਵਿੰਸ ਦੇ ਲੋਕ ਇਸ ਟੈਕਸ ਨੂੰ ਕਿੰਨੀ ਪ੍ਰਵਾਨਗੀ ਦਿੰਦੇ ਨੇ ਔਰ ਇਸ ਤੋਂ ਬਾਅਦ ਇੱਕ ਅੰਕੜਾ ਕੱਢਿਆ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ 60% ਲੋਕ ਕੈਨੇਡਾ ਦੇ ਇਸ ਆਈਡੀਆ ਨੂੰ ਪਸੰਦ ਕਰਦੇ ਨੇ। ਇਸ ਸੰਬੰਧੀ ਕੈਨੇਡਾ ਦੇ ਵੱਖ-ਵੱਖ ਸੂਬਿਆਂ 'ਚ ਇੱਕ ਸਰਵੇ ਕੀਤਾ ਗਿਆ, ਜਿਸ ਵਿੱਚ ਇਹ ਦੱਸਿਆ ਗਿਆ ਕਿ ਕਿਹੜੇ ਸੂਬੇ ਦੇ ਲੋਕ ਇਸ ਦੇ ਹੱਕ ਵਿੱਚ ਨੇ ਤੇ ਕਿੰਨੇ ਲੋਕ ਇਸ ਦੇ ਵਿਰੋਧ ਵਿੱਚ। ਔਰ ਸਭ ਤੋਂ ਵੱਧ ਹੁੰਗਾਰਾ ਇਸ ਹੈਲਥ ਟੈਕਸ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਮਿਲਿਆ ਅਤੇ ਬ੍ਰਿਟਿਸ਼ ਕੋਲੰਬੀਆ ਦੇ 64% ਲੋਕਾਂ ਵੱਲੋਂ ਇਸ ਹੈਲਥ ਟੈਕਸ ਦਾ ਸਮਰਥਨ ਕੀਤਾ ਗਿਆ, ਜਦਕਿ ਕਿਊਬਕ ਵਿੱਚ ਜਿੱਥੇ ਸਰਕਾਰ ਨੇ ਇਹ ਐਲਾਨ ਕੀਤਾ ਉੱਥੇ 63% ਲੋਕ ਇਸ ਹੈਲਥ ਟੈਕਸ ਨੂੰ ਪਸੰਦ ਕਰ ਰਹੇ ਨੇ। ਮੈਨੀਟੋਬਾ ਅਤੇ ਸਸਕੈਚੂਨ ਵਿੱਚ 61% ਲੋਕ ਇਸ ਦੇ ਹੱਕ ਵਿੱਚ ਨੇ, ਜਦਕਿ ਅੰਟਾਰੀਓ ਵਿੱਚ 58% ਅਤੇ ਅਟਲਾਂਟਿਕ ਕੈਨੇਡਾ ਵਿੱਚ 57% ਲੋਕ ਇਸ ਦਾ ਸਮਰਥਨ ਕਰਦੇ ਨੇ। ਇਸ ਹੈਲਥ ਟੈਕਸ ਨੂੰ ਸਭ ਤੋਂ ਘੱਟ ਸਮਰਥਨ ਅਲਬਰਟਾ ਵਿੱਚ ਮਿਲਿਆ, ਜਿੱਥੇ ਮਹਿਜ 54% ਲੋਕ ਇਸ ਦਾ ਸਮਰਥਨ ਕਰ ਰਹੇ ਨੇ। ਅਲਬਰਟਾ ਵਿੱਚ ਇਸ ਹੈਲਥ ਟੈਕਸ ਦੇ ਖਿਲਾਫ 46% ਲੋਕਾਂ ਨੇ ਆਪਣੀ ਰਾਏ ਪ੍ਰਗਟ ਕੀਤੀ ਹੈ, ਜਦਕਿ ਅਟਲਾਂਟਿਕ ਕੈਨੇਡਾ ਵਿੱਚ 43% ਲੋਕ ਇਸ ਦੇ ਖਿਲਾਫ ਨੇ। ਅੰਟਾਰੀਓ ਵਿੱਚ 42% ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਉੱਥੇ ਹੀ ਮੈਨੀਟੋਬਾ ਤੇ ਸਸਕੈਚੂਨ ਵਿੱਚ 39% ਲੋਕ ਇਸ ਦੇ ਹੱਕ ਵਿੱਚ ਨਹੀਂ ਨੇ। ਕਿਊਬਕ ਵਿੱਚ ਵੀ 37% ਲੋਕ ਇਸ ਦਾ ਵਿਰੋਧ ਕਰ ਰਹੇ ਨੇ, ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਘੱਟ 36% ਲੋਕ ਇਸ ਦਾ ਵਿਰੋਧ ਕਰ ਰਹੇ ਨੇ। ਇਹ ਸਰਵੇ ਮਾਰੂ ਵੌਇਸ ਕੈਨੇਡਾ ਵੱਲੋਂ ਕਰਵਾਇਆ ਗਿਆ, ਜਿੱਥੇ ਉਹਨਾਂ ਨੇ ਇਸ ਸਰਵੇ ਵਿੱਚ ਰੈਂਡਮਲੀ 1510 ਲੋਕਾਂ ਨੂੰ ਸ਼ਾਮਲ ਕੀਤਾ ਅਤੇ ਜਿਸ ਤੋਂ ਬਾਅਦ ਇਹ ਸਾਰੀ ਪ੍ਰਤੀਸ਼ਤ ਕੱਢੀ ਗਈ ਹੈ। ਉਧਰ ਦੂਜੇ ਪਾਸੇ ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ।
ਹਾਲਾਂਕਿ ਜੇਸਨ ਕੈਨੀ ਨੇ ਇਸ ਗੱਲ ਨੂੰ ਮੰਨਿਆ ਕਿ ਇਸ ਵਕਤ ਜਿਹੜੇ ਲੋਕ ਅਨਵੈਕਸੀਨੇਟਡ ਨੇ ਉਹਨਾਂ ਕਰਕੇ ਹੈਲਥ ਸਿਸਟਮ ਉੱਤੇ ਕਾਫੀ ਬੋਝ ਪੈ ਰਿਹਾ ਹੈ, ਪਰ ਕਹਿੰਦੇ ਉਹਨਾਂ ਉੱਤੇ ਟੈਕਸ ਲਾਉਣਾ ਵੀ ਕੋਈ ਚੰਗੀ ਗੱਲ ਨਹੀਂ ਹੋਵੇਗੀ। ਇੱਥੇ ਜ਼ਿਕਰਯੋਗ ਹੈ ਕਿ ਕਿਊਬਕ ਦੇ ਪ੍ਰੀਮੀਅਰ ਨੇ ਮੌਂਟਰੀਅਲ ਵਿੱਚ ਇਹ ਐਲਾਨ ਕੀਤਾ ਸੀ ਕਿ ਜਿਹੜੇ ਲੋਕਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ ਹੈ ਉਹਨਾਂ ਉੱਤੇ ਹੁਣ ਵੱਖਰਾ ਹੈਲਥ ਟੈਕਸ ਲਾਇਆ ਜਾਵੇਗਾ, ਕਿਉਂਕਿ ਉਹਨਾਂ 10% ਲੋਕਾਂ ਕਰਕੇ ਇਸ ਵਕਤ ਕਿਊਬਕ ਤੇ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਰਤੀ ਹੋ ਰਹੇ ਨੇ ਅਤੇ ਇਸ ਕਰਕੇ ਹੈਲਥ ਸਿਸਟਮ ਉੱਤੇ ਬੋਝ ਵੱਧ ਰਿਹਾ ਹੈ ਤੇ ਇਹ ਹੁਣ ਬੋਝ ਉਹਨਾਂ ਕੋਲੋਂ ਹੀ ਵਸੂਲਿਆ ਜਾਵੇਗਾ, ਜਿਸ ਉੱਤੇ ਜਸਟਿਨ ਟਰੂਡੋ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਕਰਨ ਦੀ ਗੱਲ ਕਹੀ ਸੀ। ਇਸ ਹਫ਼ਤੇ ਇੱਕ ਹੋਰ ਅਜਿਹੀ ਖਬਰ ਸਾਹਮਣੇ ਆਈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਸਕੈਚੁਅਨ ਦੇ ਪ੍ਰੀਮੀਅਰ ਨੂੰ ਕੋਵਿਡ-19 ਹੋ ਗਿਆ। ਉਹਨਾਂ ਨੇ ਆਪਣੇ ਘਰ ਰੈਪਿਡ ਟੈਸਟ ਕੀਤਾ। ਰੂਟੀਨ ਵਿੱਚ ਉਹ ਰੈਪਿਡ ਟੈਸਟ ਕਰਦੇ ਸਨ, ਇਸੇ ਦੌਰਾਨ ਉਹ ਪੋਜ਼ਿਟਿਵ ਪਾਏ ਗਏ, ਜਿਸ ਤੋਂ ਬਾਅਦ ਉਹ ਆਈਸੋਲੇਟ ਨੇ ਅਤੇ ਘਰ ਤੋਂ ਆਪਣਾ ਕੰਮ ਕਰ ਰਹੇ ਨੇ। ਸਸਕੈਚੁਅਨ ਦੇ ਪ੍ਰੀਮੀਅਰ ਸਕੌਟ ਮੋ ਦਾ ਕੋਵਿਡ ਟੈਸਟ ਪੋਜ਼ਿਟਿਵ ਆਇਆ। ਇਸ ਸੰਬੰਧੀ ਉਹਨਾਂ ਨੇ ਖੁਦ ਟਵਿੱਟਰ ਉੱਤੇ ਜਾਣਕਾਰੀ ਦਿੱਤੀ ਹੈ। ਪ੍ਰੀਮੀਅਰ ਸਕੌਟ ਮੋ ਵੱਲੋਂ ਰੈਪਿਡ ਟੈਸਟ ਕੀਤਾ ਗਿਆ, ਜਿਸ ਵਿੱਚ ਉਹ ਕੋਵਿਡ-19 ਤੋਂ ਪੋਜ਼ਿਟਿਵ ਪਾਏ ਗਏ ਨੇ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਅਤੇ ਆਪਣੇ ਘਰ ਤੋਂ ਅਗਲੇ 5 ਦਿਨ ਤੱਕ ਆਈਸੋਲੇਟ ਹੋ ਕੇ ਹੀ ਕੰਮ ਕਰਨ ਦੀ ਗੱਲ ਕਹੀ ਹੈ। ਇਸ ਸੰਬੰਧੀ ਪ੍ਰੀਮੀਅਰ ਦੀ ਪ੍ਰੈਸ ਸਕੱਤਰ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਰੂਟੀਨ ਦੇ ਵਿੱਚ ਪ੍ਰੀਮੀਅਰ ਆਪਣਾ ਰੈਪਿਡ ਟੈਸਟ ਕਰਦੇ ਨੇ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ ਐਤਵਾਰ ਸ਼ਾਮ ਨੂੰ ਆਪਣਾ ਰੈਪਿਡ ਟੈਸਟ ਕੀਤਾ ਸੀ, ਜਿਸ ਵਿੱਚ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ, ਪਰ ਅੱਜ ਉਹਨਾਂ ਦਾ ਇਹ ਟੈਸਟ ਪੋਜ਼ਿਟਿਵ ਆਇਆ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਇਸ ਦੇ ਨਾਲ ਹੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਬੀਤੇ ਦਿਨ ਹੀ ਪ੍ਰੀਮੀਅਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਅਤੇ ਇਸ ਇਨ ਪਰਸਨ ਪ੍ਰੈਸ ਕਾਨਫਰੰਸ ਵਿੱਚ ਪ੍ਰੋਵਿੰਸ ਦੇ ਚੀਫ ਮੈਡੀਕਲ ਹੈਲਥ ਆਫੀਸਰ ਡਾਕਟਰ ਸ਼ਕੀਬ ਸ਼ਹਾਬ ਵੀ ਹਾਜ਼ਰ ਸਨ। ਚੀਫ ਮੈਡੀਕਲ ਹੈਲਥ ਆਫੀਸਰ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਇਹ ਨੋਟ ਜ਼ਰੂਰ ਕੀਤਾ ਕਿ ਇਸ ਦੌਰਾਨ ਉਹ ਪ੍ਰੀਮੀਅਰ ਦੇ ਨੇੜੇ ਗਏ ਸਨ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਹਨਾਂ ਨੇ ਆਪਣਾ ਮਾਸਕ ਨਹੀਂ ਲਾਇਆ, ਪਰ ਉਹਨਾਂ ਵੱਲੋਂ ਵੀ ਆਪਣਾ ਕੋਵਿਡ ਟੈਸਟ ਕੀਤਾ ਜਾ ਰਿਹਾ, ਜਿਸ ਸੰਬੰਧੀ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਜੇ ਪੂਰੇ ਸਸਕੈਚੁਅਨ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਦੌਰਾਨ ਇੱਥੇ 945 ਕੇਸ ਸਾਹਮਣੇ ਆਏ ਨੇ ਅਤੇ ਹੁਣ ਇੱਥੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 9252 ਤੱਕ ਪਹੁੰਚ ਗਈ ਹੈ। ਸਸਕੈਚੁਅਨ ਵਿੱਚ ਇਸ ਵਕਤ 123 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਸ ਵਿੱਚੋਂ 11 ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ ਰਾਹਤ ਦੀ ਖਬਰ ਇਹ ਰਹੀ ਕਿ ਬੀਤੇ 24 ਘੰਟਿਆਂ ਦੌਰਾਨ ਕਰੋਨਾ ਕਾਰਨ ਸਸਕੈਚੁਅਨ ਵਿੱਚ ਕਿਸੇ ਵੀ ਮੌਤ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਸ ਹਫ਼ਤੇ ਦੇ ਅਖੀਰ ਵਿੱਚ ਟਰੱਕ ਡਰਾਈਵਰਾਂ ਲਈ ਇੱਕ ਵੱਡਾ ਨਿਯਮ ਲਾਗੂ ਹੋਣ ਜਾ ਰਿਹਾ। ਜੇਕਰ ਉਹ ਕੈਨੇਡਾ ਤੋਂ ਅਮਰੀਕਾ ਜਾਂ ਅਮਰੀਕਾ ਤੋਂ ਕੈਨੇਡਾ ਟਰੱਕ ਚਲਾਉਂਦੇ ਨੇ ਤਾਂ ਜਦੋਂ ਕੈਨੇਡਾ ਵਾਪਸ ਆਉਣਗੇ ਤਾਂ ਇਸ ਹਫ਼ਤੇ ਸ਼ਨੀਵਾਰ 15 ਜਨਵਰੀ ਤੋਂ, ਭਾਵ ਕਿ ਅੱਜ ਤੋਂ ਜਿਹੜਾ ਵਾ ਇਹ ਕਾਨੂੰਨ ਲਾਗੂ ਹੋ ਚੁੱਕਾ ਹੋਵੇਗਾ ਕਿ ਉਹਨਾਂ ਨੂੰ ਹੁਣ ਇੱਧਰ ਆਉਣ ਲੱਗਿਆਂ ਵੈਕਸੀਨ ਦੀ ਜਿਹੜੀ ਆ ਉਹ ਦੋਵੇਂ ਡੋਜ਼ਾਂ ਲਗਵਾਉਣੀਆਂ ਜ਼ਰੂਰੀ ਹੋਣਗੀਆਂ। ਜੇ ਵੈਕਸੀਨ ਉਹਨਾਂ ਦੇ ਲੱਗੀ ਹੋਵੇਗੀ ਠੀਕ ਆ, ਨਹੀਂ ਤਾਂ ਉਹਨਾਂ ਨੂੰ ਫਿਰ ਕੁਆਰੰਟੀਨ ਕਰਨਾ ਪਵੇਗਾ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ 15 ਜਨਵਰੀ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਸਾਰੇ ਟਰੱਕ ਡਰਾਈਵਰ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਨੇ। ਜੇਕਰ ਉਹ ਫੁੱਲੀ ਵੈਕਸੀਨੇਟ ਨਹੀਂ ਨੇ ਤਾਂ ਫਿਰ ਉਹਨਾਂ ਨੂੰ 2 ਹਫ਼ਤਿਆਂ ਦਾ ਕੁਆਰੰਟੀਨ ਕਰਨਾ ਪਵੇਗਾ। ਇਹ ਨਿਯਮ ਹੁਣ ਕੱਲ੍ਹ ਤੋਂ ਲਾਗੂ ਹੋ ਰਿਹਾ ਹੈ। ਹਾਲਾਂਕਿ ਬੀਤੇ ਦਿਨ ਇਸ ਸੰਬੰਧੀ ਮੀਡੀਆ ਵਿੱਚ ਕੁਝ ਅਜਿਹੀਆਂ ਖਬਰਾਂ ਵੀ ਫੈਲ ਗਈਆਂ ਸਨ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਹੁਣ ਇਹ ਕਾਨੂੰਨ ਨਹੀਂ ਲਾਗੂ ਹੋਵੇਗਾ ਅਤੇ ਟਰੂਡੋ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ। ਇਹ ਖਬਰ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਹਵਾਲੇ ਤੋਂ ਛਾਪੀ ਜਾ ਰਹੀ ਸੀ, ਪਰ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਖਬਰ ਦੇ ਵਿੱਚ ਸੋਧ ਕਰ ਦਿੱਤੀ ਗਈ ਅਤੇ ਜਿਸ ਵਿੱਚ ਇਹ ਕਿਹਾ ਗਿਆ ਕਿ ਗਲਤੀ ਨਾਲ ਇਹ ਸਟੇਟਮੈਂਟ ਜਾਰੀ ਹੋ ਗਈ ਸੀ। ਸਰਕਾਰ ਵੱਲੋਂ ਇਸ ਨੀਤੀ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾ ਰਿਹਾ ਅਤੇ 15 ਜਨਵਰੀ ਤੋਂ ਇਹ ਕਾਨੂੰਨ ਲਾਗੂ ਹੋ ਰਿਹਾ। ਸੋ ਅੱਜ ਅੱਧੀ ਰਾਤ ਤੋਂ ਇਹ ਕਾਨੂੰਨ ਕੈਨੇਡਾ ਦੇ ਬਾਰਡਰਾਂ ਤੇ ਲਾਗੂ ਹੋ ਜਾਵੇਗਾ, ਜਿੱਥੇ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਹੁਣ ਸਾਰੇ ਡਰਾਈਵਰ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਨੇ। ਇਸ ਨੂੰ ਲੈ ਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਈ ਤਰੀਕੇ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਹਾਲਾਂਕਿ ਕੱਲ ਜਦੋਂ ਇਹ ਖਬਰ ਫੈਲੀ ਸੀ ਤਾਂ ਉਸ ਦੌਰਾਨ ਕਈ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਜਥੇਬੰਦੀਆਂ ਨੇ ਇਸ ਦਾ ਸਵਾਗਤ ਵੀ ਕਰ ਦਿੱਤਾ ਸੀ ਅਤੇ ਉਮੀਦ ਪ੍ਰਗਟ ਕੀਤੀ ਸੀ ਕਿ ਹੁਣ ਅਮਰੀਕਾ ਸਰਕਾਰ ਵੀ ਕੁਝ ਇਸੇ ਤਰੀਕੇ ਦਾ ਹੀ ਫੈਸਲਾ ਕਰੇ, ਜਿਸ ਵਿੱਚ ਟਰੱਕਿੰਗ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇ। ਪਰ ਕੁਝ ਹੀ ਘੰਟਿਆਂ ਬਾਅਦ ਇਹ ਸਪਸ਼ਟੀਕਰਨ ਆ ਗਿਆ ਕਿ ਅਜਿਹਾ ਕੁਝ ਨਹੀਂ ਹੈ। ਕੈਨੇਡਾ ਵਿੱਚ ਇਹ ਰੂਲ
15 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ, ਜਿਸ ਉੱਤੇ ਸਰਕਾਰ ਇਸ ਵਕਤ ਵੀ ਖੜੀ ਹੋਈ ਹੈ ਅਤੇ 22 ਜਨਵਰੀ ਤੋਂ ਅਮਰੀਕਾ ਵਾਲੇ ਪਾਸਿਓਂ ਵੀ ਇਹੀ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਕਿਉਂਕਿ ਵਾਈਟ ਹਾਊਸ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ 22 ਜਨਵਰੀ ਤੋਂ ਅਮਰੀਕਾ 'ਚ ਦਾਖਲ ਹੋਣ ਵਾਲੇ ਸਾਰੇ ਐਸੈਂਸ਼ੀਅਲ ਵਰਕਰ, ਜਿਸ ਵਿੱਚ ਟਰੱਕ ਡਰਾਈਵਰ ਵੀ ਆਉਂਦੇ ਨੇ ਜਾਂ ਹੋਰ ਕਈ ਤਰੀਕੇ ਦੇ ਵਰਕਰ ਵੀ ਆਉਂਦੇ ਨੇ, ਉਹਨਾਂ ਸਾਰਿਆਂ ਦਾ ਫੁੱਲੀ ਵੈਕਸੀਨੇਟ ਹੋਣਾ ਲਾਜ਼ਮੀ ਹੈ। ਟਰੱਕਿੰਗ ਇੰਡਸਟਰੀ ਨੂੰ ਉਮੀਦ ਸੀ ਕਿ ਦੋਨਾਂ ਪਾਸਿਓਂ ਹੀ ਸਰਕਾਰਾਂ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਦੇਣਗੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਡਰਾਈਵਰਾਂ ਦੀ ਘਾਟ ਪੈਦਾ ਹੋ ਜਾਵੇਗੀ। ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ 12 ਤੋਂ ਲੈ ਕੇ 22,000 ਤੱਕ ਡਰਾਈਵਰ ਜਿਹੜੇ ਆ ਇਸ ਤੋਂ ਪ੍ਰਭਾਵਿਤ ਹੋਣਗੇ, ਜਿਨ੍ਹਾਂ ਨੇ ਇਸ ਵਕਤ ਵੈਕਸੀਨ ਨਹੀਂ ਲਗਵਾਈ ਹੈ, ਜੋ ਕਿ ਕੁੱਲ ਡਰਾਈਵਰਾਂ ਦਾ 10% ਹਿੱਸਾ ਬਣਦਾ ਹੈ, ਜਦਕਿ ਕੈਨੇਡਾ ਸਰਕਾਰ ਦੇ ਐਸਟੀਮੇਟ ਦੇ ਅਨੁਸਾਰ ਮਹਿਜ 5% ਡਰਾਈਵਰਾਂ ਉੱਤੇ ਹੀ ਇਸ ਤਰੀਕੇ ਦਾ ਕੋਈ ਅਸਰ ਪਵੇਗਾ। ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੁਝ ਜਥੇਬੰਦੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਇਸ ਨਾਲ ਸਪਲਾਈ ਚੇਨ ਤੇ ਫਰਕ ਪੈ ਸਕਦਾ ਹੈ ਤੇ ਮਹਿੰਗਾਈ ਵੀ ਵੱਧ ਸਕਦੀ ਹੈ, ਪਰ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ ਅਤੇ ਜਿਹੜੇ ਲੋਕ ਵੈਕਸੀਨੇਟ ਤੋਂ ਬਿਨਾਂ ਬਾਰਡਰ ਪਾਰ ਕਰ ਰਹੇ ਸੀ ਉਹ ਪਹਿਲਾਂ ਹੀ ਇਹ ਕੰਮ ਛੱਡ ਚੁੱਕੇ ਨੇ, ਸੋ ਇਸ ਕਰਕੇ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਲੋਕਾਂ ਦੀ ਸੁਰੱਖਿਆ ਅਹਿਮ ਹੈ, ਜਿਸ ਨੂੰ ਲੈ ਕੇ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜੋ ਕਿ ਵੈਕਸੀਨ ਨੂੰ ਮੈਂਡੇਟਰੀ ਕਰਨ ਲਈ ਕੈਨੇਡਾ ਵਿੱਚ ਕਈ ਅਹਿਮ ਕਦਮ ਚੁੱਕੇ ਜਾ ਰਹੇ ਨੇ। ਇਸ ਸੰਬੰਧੀ ਫੈਡਰਲ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਵੈਕਸੀਨ ਪਾਸਪੋਰਟ ਦੇ ਨਾਲ ਹੋਰ ਕਈ ਅਹਿਮ ਨਿਯਮ ਲਾਗੂ ਕੀਤੇ ਗਏ ਨੇ ਅਤੇ ਇਹ ਸਭ ਤੋਂ ਅੱਗੇ ਜਾ ਕੇ ਕਿਊਬਕ ਸਰਕਾਰ ਵੱਲੋਂ ਤਾਂ ਹੈਲਥ ਟੈਕਸ ਲਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਉੱਤੇ ਹੈਲਥ ਟੈਕਸ ਲਾਇਆ ਜਾ ਸਕਦਾ ਹੈ। ਜਗਮੀਤ ਸਿੰਘ ਨੇ ਇੱਕ ਵਾਰੀ ਫਿਰ ਹਾਊਸਿੰਗ ਕ੍ਰਾਈਸਿਸ ਉੱਤੇ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨਾਂ ਵੱਲੋਂ ਅਹਿਮ ਸਵਾਲ ਚੁੱਕੇ ਗਏ ਨੇ। ਜਗਮੀਤ ਸਿੰਘ ਨੇ ਇੱਥੇ ਜਸਟਿਨ ਟਰੂਡੋ ਦੀ ਸਰਕਾਰ ਨੂੰ ਇਸ ਕ੍ਰਾਈਸਿਸ ਲਈ ਦੋਸ਼ੀ ਠਹਿਰਾਇਆ। ਹਾਊਸਿੰਗ ਕ੍ਰਾਈਸਿਸ ਦੇ ਮਾਮਲੇ ਵਿੱਚ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨੂੰ ਘੇਰਿਆ। ਜਗਮੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਫਾਈਨੈਂਸ਼ੀਅਲ ਪੋਸਟ ਦੀ ਇੱਕ ਰਿਪੋਰਟ ਸਾਂਝੀ ਕੀਤੀ ਹੈ, ਜਿਸ ਵਿੱਚ ਕੈਨੇਡਾ ਦੇ ਸੂਬੇ ਅੰਟਾਰੀਓ, ਅਲਬਰਟਾ ਅਤੇ ਮੈਨੀਟੋਬਾ ਵਿੱਚ ਹਾਊਸਿੰਗ ਸ਼ਾਰਟੇਜ ਦੀ ਗੱਲ ਕੀਤੀ ਗਈ ਹੈ ਔਰ ਇਸ ਨੂੰ ਜਗਮੀਤ ਸਿੰਘ ਨੇ ਹਾਊਸਿੰਗ ਕ੍ਰਾਈਸਿਸ ਦੱਸਿਆ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਇਹ ਵੀ ਦੱਸਿਆ ਕਿ G7 ਮੁਲਕਾਂ ਵਿੱਚੋਂ ਪਰ ਕੈਪੀਟਾ ਹਾਊਸਿੰਗ ਸਪਲਾਈ ਦੇ ਮਾਮਲੇ ਵਿੱਚ ਕੈਨੇਡਾ ਸਭ ਤੋਂ ਥੱਲੇ ਚੱਲ ਰਿਹਾ ਹੈ। ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਜਸਟਿਨ ਟਰੂਡੋ ਸਰਕਾਰ ਨੇ ਇਸ ਕ੍ਰਾਈਸਿਸ ਨੂੰ ਹੋਰ ਵੀ ਖਤਰਨਾਕ ਬਣਾ ਦਿੱਤਾ ਹੈ, ਜਿਸ ਦੀ ਕੀਮਤ ਇਸ ਵਕਤ ਕੈਨੇਡਾ ਦੇ ਲੋਕ ਭੁਗਤ ਰਹੇ ਨੇ। ਫਾਈਨੈਂਸ਼ੀਅਲ ਪੋਸਟ ਦੀ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਅੰਟਾਰੀਓ ਵਿੱਚ ਇਸ ਵਕਤ ਸਭ ਤੋਂ ਵੱਧ ਹਾਊਸਿੰਗ ਸ਼ਾਰਟੇਜ ਪੈਦਾ ਹੋਈ ਹੈ ਅਤੇ ਇੱਥੇ ਇਹ ਵੀ ਦੱਸਿਆ ਗਿਆ ਕਿ ਅੰਟਾਰੀਓ ਵਿੱਚ 6.5 ਲੱਖ ਘਰ ਹੋਰ ਬਣਾਉਣੇ ਪੈਣਗੇ ਤਾਂ ਜਾ ਕੇ ਅੰਟਾਰੀਓ ਨੈਸ਼ਨਲ ਐਵਰੇਜ ਨਾਲ ਜਾ ਕੇ ਮੈਚ ਕਰੇਗਾ। ਇਸ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਅਲਬਰਟਾ ਅਤੇ ਮੈਨੀਟੋਬਾ ਵੀ ਇਸ ਵਕਤ ਨੈਸ਼ਨਲ ਐਵਰੇਜ ਤੋਂ ਹੇਠਾਂ ਚੱਲ ਰਹੇ ਨੇ। ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅਲਬਰਟਾ ਵਿੱਚ 1,38,000 ਘਰ ਹੋਰ ਬਣਾਉਣੇ ਪੈਣਗੇ ਅਤੇ ਮੈਨੀਟੋਬਾ ਵਿੱਚ 30,000 ਘਰ ਹੋਰ ਬਣਾਉਣ ਤੇ ਇਹ ਨੈਸ਼ਨਲ ਐਵਰੇਜ ਨਾਲ ਮੈਚ ਕਰਨਗੇ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਹਾਊਸਿੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਸੰਕਟ ਛਾਏ ਹੋਏ ਨੇ, ਖਾਸ ਕਰਕੇ ਘਰਾਂ ਦੀਆਂ ਕੀਮਤਾਂ ਵਧਣ ਦੇ ਮਾਮਲੇ ਵਿੱਚ ਕਾਫੀ ਲੋਕਾਂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਇਸ ਵਕਤ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ, ਆਉਣ ਵਾਲੀ ਪੀੜ੍ਹੀ ਲਈ ਆਪਣੇ ਘਰ ਲੈਣੇ ਬੇਹੱਦ ਮੁਸ਼ਕਲ ਹੋ ਜਾਣਗੇ। ਖਾਸ ਕਰਕੇ ਵੱਡਿਆਂ ਸ਼ਹਿਰਾਂ ਵਿੱਚ ਇਸ ਵਕਤ ਘਰਾਂ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੂਹ ਰਹੀਆਂ ਨੇ। ਸੋ ਜਾਂਦੇ ਨਜ਼ਰ ਮਾਰਦੇ ਹਾਂ ਇੱਕ ਵਾਰੀ ਫਿਰ ਇਸ ਹਫ਼ਤੇ ਦੀਆਂ ਚੋਣਵੀਆਂ ਖਬਰਾਂ ਤੇ। ਅਮਰੀਕਾ ਨੇ ਦਿੱਤੀ ਆਪਣੇ ਨਾਗਰਿਕਾਂ ਨੂੰ ਸਲਾਹ, ਕੈਨੇਡਾ ਯਾਤਰਾ ਤੋਂ ਕਰੋ ਗੁਰੇਜ਼। ਕਿਊਬਕ ਨੇ ਕੀਤਾ ਹੈਲਥ ਟੈਕਸ ਦਾ ਐਲਾਨ, ਪੂਰੇ ਕੈਨੇਡਾ 'ਚ ਹੋਈ ਚਰਚਾ। ਟਰੂਡੋ ਸਰਕਾਰ ਨੇ ਕੀਤਾ ਵੱਡਾ ਐਲਾਨ, ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ। ਟਰੱਕ ਡਰਾਈਵਰਾਂ ਲਈ ਬਣਿਆ ਨਵਾਂ ਕਾਨੂੰਨ, 15 ਜਨਵਰੀ ਤੋਂ ਹੋਵੇਗਾ ਲਾਗੂ। ਅਤੇ ਜਗਮੀਤ ਸਿੰਘ ਨੇ ਉਠਾਇਆ ਹਾਊਸਿੰਗ ਕ੍ਰਾਈਸਿਸ ਦਾ ਮੁੱਦਾ, ਘੇਰੀ ਟਰੂਡੋ ਸਰਕਾਰ। ਸੋ ਇਹ ਸੀ ਇਸ ਹਫ਼ਤੇ ਦੀਆਂ ਸਾਰੀਆਂ ਖਾਸ ਖਬਰਾਂ ਜੋ ਤੁਹਾਡੇ ਲਈ ਤੇ ਸਾਡੇ ਲਈ ਵੀ ਮਹੱਤਵਪੂਰਨ ਸਨ। ਸੋ ਇਸੇ ਤਰੀਕੇ ਨਾਲ ਅਸੀਂ ਅਹਿਮ ਤੇ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।